Hello students, today we'll read our very first poem, Song 36 from Gitanjali, written by Rabindranath Tagore. We know that Rabindranath Tagore is the best known Indian writer. He loves to write in his mother language, which is Bangla, and uh, he also writes in English. He was a poet, playwright, novelist, painter, and musician. So we know that Rabindranath Tagore is a very prolific writer. He was a poet also, dramatist or playwright also, novelist also, painter, and musician also. He has also won the Nobel Prize, and he is the author of the national anthem of India as well as the national anthem of Bangladesh. So let's read the poem, Song 36 from Gitanjali, and tries to grasp what the writer is trying to say in this poem. This is my prayer to thee, my Lord. In the first line, the Rabindranath Tagore writes, this is my prayer to thee. Thee means you. Lord means God. In the first line, the Rabindranath Tagore is praying to the God. He's doing the prayer and he's praying to the God. What he's praying for? Strike at the root of penury in my heart. Penury means the poverty. Which poverty? Here the poet writes about the spiritual poverty. ਪੋਵਰਟੀ ਨੂੰ ਬੱਚੇ ਜਦੋਂ ਅਸੀਂ ਦੇਖਦੇ ਹਾਂ ਤਾਂ ਅਸੀਂ ਗਰੀਬੀ ਨੂੰ ਕਿਸ ਚੀਜ਼ ਨਾਲ ਦੇਖਦੇ ਹਾਂ ਕਿ ਇੱਕ ਇਨਸਾਨ ਹੈ ਜਿਹਦੇ ਕੋਲ ਸਾਰੀਆਂ ਚੀਜ਼ਾਂ ਆ ਮਟੀਰੀਅਲਿਸਟਿਕ ਥਿੰਗਸ ਲਾਈਕ ਮਨੀ ਕਾਰ ਬਿਗ ਹਾਊਸ ਇਹਨਾਂ ਚੀਜ਼ਾਂ ਨੂੰ ਅਸੀਂ ਕਹਿੰਦੇ ਅਗਰ ਕਿਸੇ ਇਨਸਾਨ ਕੋਲ ਹੈ ਵੀ ਸੇ ਹੀ ਇਜ਼ ਅ ਰਿਚ ਪਰਸਨ ਜਿਹਦੇ ਕੋਲ ਇਹ ਚੀਜ਼ਾਂ ਨਹੀਂ ਹੈ ਉਹਦਾ ਆਪਣਾ 2 ਵਕਤ ਦੀ ਰੋਟੀ ਬੜੀ ਮੁਸ਼ਕਿਲ ਨਾਲ ਮਿਲ ਰਹੀ ਹੈ ਉਹਨੂੰ ਅਸੀਂ ਕੀ ਕਹਿੰਦੇ ਹੀ ਇਜ਼ ਅ ਪੂਅਰ ਪਰਸਨ ਬਟ the Rabindranath Tagore is not talking about the materialistic poverty here. He is talking about the spiritual poverty, lack of spiritual strength. ਸਪਿਰਚੁਅਲ ਪੋਵਰਟੀ ਜਾਂ ਸਪਿਰਚੁਅਲ ਸਟਰੈਂਥ ਕੀ ਹੋਏਗਾ ਅਗਰ ਅਸੀਂ ਸਪਿਰਚੁਅਲੀ ਸਟਰੋਂਗ ਹੋਵਾਂਗੇ ਦੇਅਰ ਵਿਲ ਬੀ ਗੁੱਡ ਕਨੈਕਸ਼ਨ ਬਿਟਵੀਨ ਅਸ ਐਂਡ ਦ ਗੋਡ ਦੇ ਨਾਲ ਸਾਡਾ ਕਨੈਕਸ਼ਨ ਵਧੀਆ ਹੋਏਗਾ ਇਫ ਵੀ ਵਿਲ ਬੀ ਸਪਿਰਚੁਅਲੀ ਸਟਰੋਂਗ ਅਗਰ ਗੋਡ ਨਾਲ ਕਨੈਕਸ਼ਨ ਵਧੀਆ ਹੋਏਗਾ ਵਾਟ ਵਿਲ ਹੈਪਨ we will do the things according to the will of God. Will of the God ਮਤਲਬ ਜੋ ਉਹਨਾਂ ਦੀ ਇੱਛਾ ਹੈ ਜੋ ਰੱਬ ਦੀ ਇੱਛਾ ਹੈ ਅਸੀਂ ਸਾਰਾ ਕੰਮ ਸਾਰੀਆਂ ਚੀਜ਼ਾਂ ਉਸ ਤਰੀਕੇ ਨਾਲ ਕਰਾਂਗੇ in every human being we'll see there is a God. ਅਸੀਂ ਹਰ ਹਿਊਮਨ ਬੀਇੰਗ ਦੇ ਵਿੱਚ ਇੱਕ ਗੋਡ ਨੂੰ ਕੰਸੀਡਰ ਕਰਾਂਗੇ ਅਸੀਂ ਜੋ ਸਾਡੇ ਤੋਂ ਐਕਸਪੈਕਟੇਸ਼ਨ ਹੈ ਗੋਡ ਨੂੰ ਅਸੀਂ ਉਹਦੇ ਅਕੋਰਡਿੰਗ ਕੰਮ ਕਰਾਂਗੇ ਇਫ ਵੀ ਵਿਲ ਬੀ ਸਪਿਰਚੁਅਲੀ ਸਟਰੋਂਗ ਬਟ ਦ ਪੋਇਟ ਇਜ਼ ਸੇਇੰਗ I have a penury in my heart. Penury means the poverty. ਪਰ ਉਹ ਕਹਿੰਦਾ ਮੇਰੇ ਅੰਦਰ ਗਰੀਬੀ ਹੈ ਕਿਸ ਚੀਜ਼ ਦੀ ਗਰੀਬੀ ਹੈ ਸਪਿਰਚੁਅਲ ਪੋਵਰਟੀ ਹੈ ਮੇਰੇ ਕੋਲ ਇੰਨੀ ਸਟਰੈਂਥ ਨਹੀਂ ਹੈ ਕਿ ਮੈਂ ਰੱਬ ਦੀ ਇੱਛਾ ਦੇ ਅਨੁਸਾਰ ਕੰਮ ਕਰ ਸਕਾਂ ਮੇਰੇ ਅੰਦਰ ਇਹ ਗਰੀਬੀ ਹੈ ਦੈਟਸ ਵਾਈ ਹੀ ਸੇਇੰਗ ਸਟ੍ਰਾਈਕ ਮਤਲਬ ਹਿੱਟ again hit at the root of penury. We know that there are roots of the tree ਦੀਆਂ ਰੂਟਸ ਹੁੰਦੀਆਂ ਆ ਅਗਰ ਅਸੀਂ ਬੱਚੇ ਕਿਸੇ ਟਰੀ ਨੂੰ ਅਪਰੂਟ ਕਰਨਾ ਆ ਉਹਨੂੰ ਉਹਦੀਆਂ ਜੜ੍ਹਾਂ ਤੋਂ ਖਤਮ ਕਰਨਾ ਅਸੀਂ ਕੀ ਕਰਦੇ ਹਾਂ ਵੀ ਸਟ੍ਰਾਈਕ ਅਸੀਂ ਉਹਦੀ ਜੜ੍ਹ ਦੇ ਉੱਤੇ ਕੀ ਕਰਦੇ ਹੁੰਦੇ ਹਾਂ ਸਟ੍ਰਾਈਕ ਕਰਦੇ ਹਾਂ ਵੀ ਟੇਕ ਦਾ ਐਕਸ ਅਸੀਂ ਕੁਲਾੜੀ ਲੈਂਦੇ ਹਾਂ ਜਾਂ ਇਸ ਤਰ੍ਹਾਂ ਦੇ ਹੋਰ ਟੂਲਸ ਲੈਂਦੇ ਹਾਂ ਉਹਦੇ ਨਾਲ ਅਸੀਂ ਉਹਦੀ ਜੜ੍ਹ ਦੇ ਉੱਤੇ ਜ਼ੋਰ ਦੇ ਨਾਲ ਸਟ੍ਰਾਈਕ ਕਰਦੇ ਹਾਂ ਹਿੱਟ ਕਰਦੇ ਹਾਂ ਉਹਦੇ ਨਾਲ ਕੀ ਹੁੰਦਾ ਆ ਉਹ ਆਪਣੀਆਂ ਜੜ੍ਹਾਂ ਤੋਂ ਟੁੱਟ ਜਾਂਦਾ ਹੈ ਟਰੀ ਜਿਹੜਾ ਆਪਣੀ ਜੜ੍ਹ ਤੋਂ ਟੁੱਟ ਜਾਂਦਾ ਹੈ ਅਤੇ ਫਿਰ ਉਹ ਕੀ ਹੋ ਜਾਂਦਾ ਹੈ ਗਿਰ ਜਾਂਦਾ ਹੈ ਉਹ ਖਤਮ ਹੋ ਜਾਂਦਾ ਹੈ ਟਰੀ ਸਿਮਿਲਰਲੀ ਦ ਪੋਇਟ ਇਜ਼ ਸੇਇੰਗ ਸਿਮਿਲਰਲੀ ਦ ਰਵਿੰਦਰਨਾਥ ਟੈਗੋਰ ਇਜ਼ ਪ੍ਰੇਇੰਗ ਟੂ ਦ ਗੋਡ ਉਹ ਰੱਬ ਦੇ ਅੱਗੇ ਹੀ ਪ੍ਰੇ ਕਰ ਰਹੇ ਆ ਕਿ ਤੁਸੀਂ ਮੇਰੇ ਅੰਦਰ ਇਸ ਤਰ੍ਹਾਂ ਸਟ੍ਰਾਈਕ ਕਰੋ ਇਸ ਤਰ੍ਹਾਂ ਇੰਨੀ ਜ਼ੋਰ ਨਾਲ ਸਟ੍ਰਾਈਕ ਕਰੋ ਸੋ ਦੈਟ ਜਿਹੜੇ ਮੇਰੇ ਅੰਦਰ ਗਰੀਬੀ ਹੈ ਸਪਿਰਚੁਅਲ ਪੋਵਰਟੀ ਹੈ ਉਹ ਖਤਮ ਹੋ ਜਾਏ Give me strength lightly to bear my joys and sorrows.
Next prayer ਕੀ ਹੈ ਰਵਿੰਦਰਨਾਥ ਟੈਗੋਰ ਦੀ to the God? Next prayer is that he praised the God for the strength. ਉਹਨਾਂ ਨੂੰ ਰੱਬ ਦੇ ਅੱਗੇ ਕਿਸ ਚੀਜ਼ ਦੀ ਇਹ ਪ੍ਰੇਅਰ ਕਰ ਰਹੇ ਆ ਕਿ ਪਹਿਲਾਂ ਤੁਸੀਂ ਮੇਰੇ ਅੰਦਰ ਸਪਿਰਚੁਅਲ ਪੋਵਰਟੀ ਹੈ ਜਿਹੜੀ ਉਹਨੂੰ ਖ਼ਤਮ ਕਰੋ, ਮੈਨੂੰ ਸਪਿਰਚੁਅਲੀ ਸਟਰੋਂਗ ਬਣਾਓ। ਫਿਰ ਉਹ ਕਹਿ ਰਹੇ ਮੈਨੂੰ ਇੰਨੀ ਸਟਰੈਂਥ ਦਿਓ, ਇੰਨੀ ਕੁ ਸ਼ਕਤੀ ਦਿਓ ਸੋ ਦੈਟ ਆਈ ਕੈਨ ਲਾਈਟਲੀ ਬੇਅਰ ਮਤਲਬ ਸਹਿਨ ਕਰਨਾ ਹੁੰਦਾ ਆ, ਔਰ ਵੀ ਕੈਨ ਸੇ ਦਾ ਬੈਲੈਂਸ ਮੇਨਟੇਨ ਕਰਨਾ ਮਾਈ ਜੋਇਜ਼ ਐਂਡ ਸੋਰੋਜ਼। ਉਹ ਕਹਿੰਦਾ ਕਿ ਮੈਨੂੰ ਇੰਨੀ ਕੁ ਸਟਰੈਂਥ ਦਿਓ ਕਿ ਜ਼ਿੰਦਗੀ ਦੇ ਵਿੱਚ ਜੋ ਦੁੱਖ ਆਉਂਦੇ ਆ, ਜੋ ਸੁੱਖ ਆਉਂਦੇ ਆ, ਉਹਨਾਂ ਨੂੰ ਮੈਂ ਇਕੁਅਲੀ ਉਹਨਾਂ ਨੂੰ ਬੇਅਰ ਕਰ ਸਕਾਂ। ਇਸ ਤਰ੍ਹਾਂ ਨਹੀਂ ਕਿ ਜਦੋਂ ਮੈਨੂੰ ਕੋਈ ਦੁੱਖ ਆਵੇ ਤਾਂ ਮੈਂ ਗੋਡ ਦੇ ਅੱਗੇ ਕੰਪਲੇਂਟ ਕਰਨਾ ਸ਼ੁਰੂ ਕਰਦਾ, ਇੰਨਾ ਦੁਖੀ ਹੋ ਜਾ, ਡਿਪਰੈਸ਼ਨ 'ਚ ਚਲਾ ਜਾਵਾਂ, ਸੁਸਾਈਡ ਤੱਕ ਸੋਚਣ ਲੱਗ ਜਾ। ਦੈਟਸ ਨਾਟ ਅ ਗੁੱਡ ਥਿੰਗ। ਅਗਰ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਆਉਂਦੀਆਂ, ਸੁੱਖ ਆਉਂਦੇ ਆ, ਤਾਂ ਮੈਂ ਇੰਨਾ ਕੁ ਜ਼ਿਆਦਾ ਪਾਗਲ ਹੋ ਜਾ ਉਹਨਾਂ ਸੁੱਖ ਦੇ ਵਿੱਚ, ਉਹਨਾਂ ਖੁਸ਼ੀ ਦੇ ਵਿੱਚ ਕਿ ਮੈਂ ਦੂਸਰਿਆਂ ਨੂੰ ਆਪਣੇ ਆਪ ਤੋਂ ਨੀਵਾਂ ਸਮਝਣ ਲੱਗ ਜਾਵਾਂ। ਤਾਂ ਦੋਨੇ ਸੈਂਸ ਦੇ ਵਿੱਚ ਇਹ ਬੁਰੀ ਚੀਜ਼ ਹੈ। ਜੋ ਦੁੱਖ ਆਉਂਦੇ, ਅਗਰ ਦੁੱਖ ਹੈ ਜ਼ਿੰਦਗੀ ਦੇ ਵਿੱਚ ਜਾਂ ਸੁੱਖ ਹੈ, ਦੋਨਾਂ ਨੂੰ ਇਕੁਅਲੀ ਬੈਲੈਂਸ ਕਰਕੇ ਬੇਅਰ ਕਰਨਾ ਚਾਹੀਦਾ, ਉਹਨਾਂ ਦੇ ਵਿੱਚ ਬੈਲੈਂਸ ਮੇਨਟੇਨ ਕਰਨਾ ਚਾਹੀਦਾ। ਵਨ ਸ਼ੁੱਡ ਨਾਟ ਕੰਪਲੇਨ ਦ ਗੋਡ। ਜਦੋਂ ਦੁੱਖ ਆਉਂਦੇ ਉਦੋਂ ਕੰਪਲੇਨ ਨਹੀਂ ਕਰਨੀ ਚਾਹੀਦੀ। ਜ਼ਿੰਦਗੀ ਦੇ ਜੋ ਦੁੱਖ ਹੈ ਔਰ ਸੁੱਖ ਹੈ ਉਹਨਾਂ ਨੂੰ ਇਕੁਅਲੀ, ਇੱਕੋ ਜਿਹੇ ਤਰੀਕੇ ਦੇ ਨਾਲ ਦੋਨਾਂ ਨੂੰ ਸਹਿਣਾ ਚਾਹੀਦਾ ਹੈ। Give me the strength to make my love fruitful in service. The poet is saying, give me the strength. Next, what he wants from the God, next prayer ਦੇ ਵਿੱਚ ਉਹ ਕੀ ਮੰਗਦੇ ਆ God ਤੋਂ? Again he asks for the strength. ਲੇਕਿਨ ਇਸ ਟਾਈਮ strength ਕਿਸ ਚੀਜ਼ ਦੀ? To make my love fruitful in service. The Rabindranath Tagore is saying ਕਿ I love the God, ਔਰ ਜਿਹੜਾ ਮੇਰਾ ਪਿਆਰ ਹੈ ਰੱਬ ਦੇ ਲਈ ਉਹ ਕਿਸ ਚੀਜ਼ ਦੇ ਵਿੱਚ ਦਿਖਣਾ ਚਾਹੀਦਾ ਆ, ਉਹਦੇ ਫਰੂਟਸ ਕਿੱਥੇ ਨਜ਼ਰ ਆਉਣੇ ਚਾਹੀਦੇ ਆ? ਇਨ ਦ ਸਰਵਿਸ ਆਫ ਦ ਪੂਅਰ ਪੀਪਲ। ਸੋ ਦੈਟ ਹੀ ਸੇਇੰਗ ਦੈਟ ਗਿਵ ਮੀ ਸਟਰੈਂਥ, ਤਾਂ ਕਿ ਮੈਂ ਦੂਸਰਿਆਂ ਦੀ ਸਰਵਿਸ ਕਰ ਸਕਾਂ, ਦੂਸਰਿਆਂ ਨੂੰ whenever they want any kind of help from me, ਮੈਂ ਦੂਸਰਿਆਂ ਦੀ ਹੈਲਪ ਕਰ ਸਕਾਂ, ਦੂਸਰਿਆਂ ਨੂੰ ਇਸ ਤਰ੍ਹਾਂ ਹੈਲਪ ਕਰਾਂ ਕਿ ਉਹਨਾਂ ਨੂੰ ਜ਼ਰੂਰਤ ਦੇ ਟਾਈਮ ਦੇ ਵਿੱਚ ਉਸ ਚੀਜ਼ ਦਾ ਬਹੁਤ ਫਾਇਦਾ ਹੋ ਸਕੇ। ਸੋ Rabindranath Tagore is praying the God to give him the strength so that he can show his love for God in the service of the other people, in the service of those people in need, in the service of those people who want any kind of help. Next, the Rabindranath Tagore in next line writes, give me the strength never to disown. Disown means ignore, never to ignore. ਇਗਨੋਰ ਕਰਨਾ ਕੀ ਹੁੰਦਾ? ਕਿਸੇ ਨੂੰ ਆਪਣੇ ਕਿਸੇ ਦੇ ਦੁੱਖ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦੇਣਾ। ਇਗਨੋਰ ਮੀਨਸ ਨਜ਼ਰਅੰਦਾਜ਼। Give me the strength never to disown, ignore, nazarandaz the poor, or bend my knees before insolent might. The next thing the poet asks for the strength from the God. Next ਉਹਨਾਂ ਨੂੰ strength ਕਿਸ ਚੀਜ਼ ਦੀ ਚਾਹੀਦੀ ਆ? Strength never to disown the poor. Disown ਮਤਲਬ ਨਜ਼ਰਅੰਦਾਜ਼। ਕਹਿੰਦਾ ਕਿ ਦ ਪੋਇਟ ਇਜ਼ ਸੇਇੰਗ ਦੈਟ ਕਿ ਮੈਨੂੰ ਇੰਨੀ ਕੁ ਜ਼ਿਆਦਾ ਸ਼ਕਤੀ ਦਿਓ ਕਿ ਮੇਰੇ ਅੱਗੇ ਅਗਰ ਕੋਈ ਗਰੀਬ ਹੈ ਨਾ, ਤਾਂ ਉਹਨੂੰ ਮੇਰੀ ਹੈਲਪ ਚਾਹੀਦੀ ਹੈ, ਤਾਂ ਮੈਂ ਉਹਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰ ਪਾਵਾਂ। ਆਈ ਸ਼ੁੱਡ ਨੈਵਰ ਡਿਸੋਨ, ਆਈ ਸ਼ੁੱਡ ਨੈਵਰ ਇਗਨੋਰ ਦ ਪੂਅਰ। ਨੈਕਸਟ ਸਟਰੈਂਥ, ਔਰ ਬੈਂਡ ਮਾਈ ਨੀਜ਼ ਬਿਫੋਰ ਇੰਸੋਲੈਂਟ ਮਾਈਟ. Might means powerful people. Insolent means the rude powerful people. Insolent means the one who has a rude behavior. Insolent might means the powerful person, the person who is very powerful but has a rude behavior. The poet asks for the strength so that
I should never bend my knees, ਕਿ ਮੈਂ ਕਦੇ ਵੀ ਆਪਣੇ ਘੁਟਨੇ ਆ ਜਿਹੜੇ ਉਹਨਾਂ ਦੇ ਅੱਗੇ ਨਾ ਉਹਨਾਂ ਦੇ ਘੁਟਨਿਆਂ ਦੇ ਬਲ ਉਹਨਾਂ ਅੱਗੇ ਕਦੇ ਨਾ ਬੈਠਾਂ ਜਿਹੜੇ ਕਿ ਆਪਣੇ ਆਪ ਨੂੰ ਬਹੁਤ ਪਾਵਰਫੁਲ ਸਮਝਦੇ ਆ ਪਰ ਦੂਸਰਿਆਂ ਦੇ ਨਾਲ ਉਹਨਾਂ ਦਾ ਬਿਹੇਵੀਅਰ ਬਹੁਤ ਰੂਡ ਹੈ। The poet wants the God to give him the strength ਤਾਂ ਕਿ ਉਹ ਗਰੀਬਾਂ ਦੀ ਹੈਲਪ ਕਰ ਸਕੇ, ਪੂਅਰ ਨੂੰ ਕਦੇ ਨਜ਼ਰਅੰਦਾਜ਼ ਨਾ ਕਰ ਸਕੇ ਤੇ ਕਦੇ ਵੀ ਆਪਣਾ ਸਿਰ ਹੈ ਜਿਹੜਾ ਕਿਸੇ ਪਾਵਰਫੁਲ ਅਮੀਰ ਰੂਡ ਪਰਸਨ ਦੇ ਅੱਗੇ ਨਾ ਝੁਕਾਵੇ। Give me the strength to raise my mind high above, raise my mind high above daily trifles. Trifles means the small, unimportant things. Trifle means small, unimportant things. Daily trifles ਕੀ ਹੋਣਗੇ ਫਿਰ? Daily trifles means the unimportant things happens every day in our life. ਹਰ ਰੋਜ਼ ਕੁਛ ਨਾ ਕੁਛ ਹੁੰਦਾ ਰਹਿੰਦਾ ਆ, ਕਿਸੇ ਦੇ ਕੋਈ ਚੋਟ ਲੱਗ ਗਈ ਜਾਂ ਕਿਸੇ ਨੂੰ ਕੁਛ ਕਦੇ ਪੈਸੇ ਦੀ ਕਮੀ ਆ ਗਈ ਜਾਂ ਕੁਛ। ਇਹ ਚੀਜ਼ਾਂ ਨੂੰ ਸਾਰਿਆਂ ਨੂੰ ਰਵਿੰਦਰਨਾਥ ਟੈਗੋਰ ਇਹਨਾਂ ਚੀਜ਼ਾਂ ਨੂੰ ਅਨਇੰਪੋਰਟੈਂਟ ਥਿੰਗ ਸਮਝਦਾ, ਇਹਨਾਂ ਚੀਜ਼ਾਂ ਨੂੰ ਉਹ ਟ੍ਰਿਫਲ ਸਮਝਦਾ ਹੈ। ਇਹ ਤਾਂ ਹਰ ਰੋਜ਼ ਦੀਆਂ ਮੁਸ਼ਕਿਲਾਂ ਆ, ਕਿਸੇ ਨਾ ਕਿਸੇ ਟਾਈਮ ਹਰ ਰੋਜ਼ ਕਿਸੇ ਨਾ ਕਿਸੇ 'ਤੇ ਕਿਸੇ ਅਲੱਗ-ਅਲੱਗ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹੀ ਰਹਿੰਦੀਆਂ। The poet is saying, give me the strength to raise my mind, ਕਿ ਮੈਂ ਇਹਨਾਂ ਛੋਟੀਆਂ ਮੋਟੀਆਂ ਗੱਲਾਂ ਦੇ ਨਾਲ ਜੋ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਆਉਂਦੀਆਂ ਆ ਉਹਨਾਂ ਦੇ ਨਾਲ ਮੈਂ ਇਫੈਕਟਡ ਨਾ ਹੋ ਸਕਾਂ, ਉਹਨਾਂ ਦੇ ਨਾਲ ਉਹਨਾਂ ਦੇ ਬਾਰੇ ਸੋਚ ਕੇ ਮੈਂ ਆਪਣਾ ਟਾਈਮ ਹੈ ਜਿਹੜਾ ਉਹ ਨਾ ਖਰਾਬ ਕਰਾਂ। ਕਿਉਂਕਿ ਜਦੋਂ ਅਸੀਂ ਇਹਨਾਂ ਅਨਇੰਪੋਰਟੈਂਟ ਚੀਜ਼ਾਂ ਨੂੰ ਇੰਪੋਰਟੈਂਸ ਦੇਵਾਂਗੇ, ਇਹਨਾਂ ਦੇ ਬਾਰੇ ਸੋਚਾਂਗੇ, ਜਿਹੜਾ ਸਾਡਾ ਕਨੈਕਸ਼ਨ ਵਿਦ ਦਾ ਗੋਡ ਹੈ ਉਹ ਕੀ ਹੋ ਜਾਏਗਾ? ਬ੍ਰੇਕ ਹੋ ਜਾਏਗਾ। ਦੈਟਸ ਵਾਈ ਦਾ ਪੋਇਟ ਇਜ਼ ਸੇਇੰਗ ਕਿ ਗਿਵ ਮੀ ਦਾ ਸਟਰੈਂਥ, ਤਾਂ ਕਿ ਮੈਂ ਆਪਣਾ ਇਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਕੇ I should always think about the God, or I should always show my love to God in the service of the others. And give me the strength to surrender my strength to thy will with love. And next thing, the poet asks for the strength to surrender. ਸਰੈਂਡਰ ਮਤਲਬ ਸਮਰਪਣ ਕਰ ਦੇਣਾ, ਜੋ ਵੀ ਚੀਜ਼ ਹੈ ਆ ਤੁਹਾਡੇ ਕੋਲ ਉਹ ਕਿਹਨੂੰ ਦੇ ਦੇਣੀ? ਗੋਡ ਨੂੰ ਸਮਰਪਣ ਕਰ ਦੇਣਾ, ਉਹਨਾਂ ਦੇ ਅੱਗੇ ਪੇਸ਼ ਕਰ ਦੇਣਾ। ਜੋ ਵੀ ਕਹਿੰਦਾ ਮੇਰੇ ਅੰਦਰ ਸਟਰੈਂਥ ਆਉਣਗੀਆਂ, ਉਹਨਾਂ ਸਟਰੈਂਥਸ ਨੂੰ ਮੈਂ ਯੂਜ਼ ਕਰ ਸਕਾਂ ਅਕੋਰਡਿੰਗ ਟੂ thy will. Thy means your will, and that too with love. The poet is saying ਕਿ he wants a strength, then he wants to surrender those strength to the will of the God. कि अगर उन्होंने strength मिल भी जाती है, then he does not want to do things according to himself. When he gets the strength, he first of all he wants the strength from the God. What strengths he want? He want the strength to bear the joys and sorrows equally. He want the strength to help the other people. He want the strength never to disown the poor and never to bend before the insolent might. Then he want the strength to raise his mind above the daily trifles, above the daily unimportant things. Then when he says, when I get the strength, I want that strength to surrender to the God's will. कि जो अगर strength मिलन तो बाद मेरे अंदर ये सारियां शक्तियां आ भी जांदियां हैं, then also I want to work according to the will of the God, and that too with love. इस रब दी रज़ा दे विच काम करना, दुखी होके नहीं, खुशी खुशी प्यार दे नाल I want to surrender everything to the God. So that's all about that's all in this poem. The poet is writing this poem as a prayer to the God for the strength he wants in his life. So about the poem, this poem has been taken from his collection Gitanjali and is a prayer to the Almighty to make him strong enough to serve others and accept joys and sorrows in the same way. ये ਜਿਹੜੀ poem है रविंद्रनाथ टैगोर ने एक book लिखी है गीतांजलि, एंड ਉਹਦੇ ਵਿੱਚ बहुत सारियां poems है,
ਉਹਦੇ ਵਿੱਚੋਂ ਜਿਹੜੀ 36 ਪੋਇਮ ਹੈ ਉਹ ਹੈ Song 36 ਦੈਟ ਉਹ ਇਹ ਜਿਹੜੀ ਪੋਇਮ ਹੈ ਉਸ ਕਲੈਕਸ਼ਨ ਆਫ ਪੋਇਮਸ ਦੈਟਸ ਗੀਤਾਂਜਲੀ ਉਹਦੇ ਵਿੱਚੋਂ ਲਈ ਗਈ ਹੈ। ਇਹਦੇ ਵਿੱਚ ਗੋਡ ਪ੍ਰੇਅਰ ਕਰ ਰਿਹਾ ਟੂ ਦ ਆਲਮਾਈਟੀ ਵਿਚ ਇਜ਼ ਅ ਗੋਡ ਟੂ ਮੇਕ ਹਿਮ ਸਟਰੋਂਗ ਇਨਫ ਕਿ ਇਹਨੂੰ ਇੰਨਾ ਕੁ ਜ਼ਿਆਦਾ ਸਟਰੋਂਗ ਬਣਾਇਓ ਸੋ ਦੈਟ ਉਹ ਦੂਸਰਿਆਂ ਨੂੰ ਸਰਵ ਕਰ ਸਕੇ ਅਤੇ ਆਪਣੇ ਜੋਇਜ਼ ਐਂਡ ਸੋਰੋਜ਼ ਨੂੰ ਸੇਮ ਵੇ ਦੇ ਨਾਲ ਅਸੈਪਟ ਕਰ ਸਕੇ। In this poem, the poet prays to the Almighty to give him the strength so that he can work for the welfare of others and for his spiritual improvement. ਉਹਨੂੰ strength ਕਿਸ ਲਈ ਚਾਹੀਦੀ ਹੈ? ਇੱਕ ਤਾਂ ਉਹਨੂੰ ਦੂਸਰਿਆਂ ਦੇ ਵੈਲਫੇਅਰ ਲਈ, ਦੂਸਰਿਆਂ ਦੇ ਲਈ ਕੰਮ ਕਰਨ ਦੇ ਲਈ strength ਚਾਹੀਦੀ ਹੈ। ਦੂਸਰੀ strength ਉਹਨੂੰ ਚਾਹੀਦੀ ਹੈ ਆਪਣੀ spiritual improvement ਦੇ ਲਈ, ਆਪਣੇ ਆਪ ਨੂੰ spiritually strong ਬਣਾਉਣ ਦੇ ਲਈ, God ਦੇ ਨਾਲ strong connection create ਕਰਨ ਦੇ ਲਈ। In the very first stanza, the Tagore has prayed to God to strike at and remove spiritual penury or poverty from his heart. Very first stanza ਦੇ ਵਿੱਚ ਟੈਗੋਰ ਪ੍ਰੇ ਕਰ ਰਿਹਾ ਗੋਡ ਨੂੰ ਕਿ ਉਹਦੇ ਅੰਦਰ ਜਿਹੜੀ ਗਰੀਬੀ ਹੈ ਉਹਦੇ 'ਤੇ ਸਟ੍ਰਾਈਕ ਕੀਤਾ ਜਾਵੇ ਤਾਂ ਕਿ ਉਹ ਜਿਹੜੀ ਗਰੀਬੀ ਹੈ ਉਹਦੇ ਦਿਲ 'ਚੋਂ ਨਿਕਲ ਸਕੇ। ਹੀ ਇਜ਼ ਨਾਟ ਟਾਕਿੰਗ ਅਬਾਊਟ ਐਨੀ ਮਟੀਰੀਅਲ ਪੋਵਰਟੀ ਹੇਅਰ। ਇੱਥੇ ਉਹ ਕਿਸੇ ਮਟੀਰੀਅਲਿਸਟਿਕ ਪੋਵਰਟੀ ਦੀ ਨਹੀਂ ਗੱਲ ਕਰ ਰਹੇ, ਕੋਈ ਚੀਜ਼ਾਂ ਦੀ ਗਰੀਬੀ ਦੀ ਨਹੀਂ ਗੱਲ ਕਰ ਰਹੇ। ਸਪਿਰਿਚੁਅਲ ਵੀਕਨੈਸ ਔਰ ਗ੍ਰੇਟ ਪੋਵਰਟੀ ਸ਼ੁੱਡ ਬੀ ਰਿਮੂਵਡ ਫਰੋਮ ਦ ਵੈਰੀ ਰੂਟ ਆਫ ਹਿਜ਼ ਹਾਰਟ। ਉਹ ਕਿਹੜੀ ਪੋਵਰਟੀ ਨੂੰ ਕੱਢਣਾ ਚਾਹੁੰਦੇ ਆ? ਸਪਿਰਿਚੁਅਲ ਪੋਵਰਟੀ ਨੂੰ, ਸਪਿਰਿਚੁਅਲ ਵੀਕਨੈਸ ਜੋ ਇਹਨਾਂ ਦੇ ਅੰਦਰ ਹੈ ਉਹਨੂੰ ਜੜ੍ਹ ਤੋਂ ਖ਼ਤਮ ਕਰਨਾ ਚਾਹੁੰਦੇ ਆ। Tagore has used metaphorical language. He has created the image of a woodcutter striking hard at the root of a tree in order to uproot it. ਇਹਦੇ ਵਿੱਚ ਟੈਗੋਰ ਨੇ ਇੱਕ ਇਮੇਜਰੀ ਯੂਜ਼ ਕੀਤੀ ਹੈ, ਇਮੇਜ ਯੂਜ਼ ਕੀਤੀ ਹੈ। ਕਿਸ ਦੀ ਇਮੇਜ ਯੂਜ਼ ਕੀਤੀ ਹੈ? ਇੱਕ ਵੁੱਡ ਕਟਰ ਦੀ, ਜਿਹੜਾ ਕਿ ਹਿੱਟ ਕਰ ਰਿਹਾ ਆ ਟਰੀ ਦੀ ਜੜ੍ਹ ਦੇ ਉੱਤੇ ਸੋ ਦੈਟ ਉਹਨੂੰ ਅਪਰੂਟ ਕਰ ਸਕੇ, ਸੋ ਦੈਟ ਟਰੀ ਨੂੰ ਜੜ੍ਹ ਤੋਂ ਉਖਾੜ ਸਕੇ। ਇਸ ਇਮੇਜ ਦਾ ਯੂਜ਼ ਕਰਕੇ ਪੋਏਟ ਗੋਡ ਨੂੰ ਪ੍ਰੇ ਕਰਦੇ ਆ ਕਿ ਉਹਦੇ ਅੰਦਰ ਵੀ ਇਸੇ ਤਰ੍ਹਾਂ ਸਟ੍ਰਾਈਕ ਕੀਤਾ ਜਾਵੇ ਸੋ ਦੈਟ ਉਹਦੇ ਅੰਦਰੋਂ ਵੀ ਗਰੀਬੀ ਨੂੰ, ਸਪਿਰਿਚੁਅਲ ਪੋਵਰਟੀ ਨੂੰ ਅਪਰੂਟ ਹੋ ਜਾਵੇ। The tree in this poem is the tree of penury or the great spiritual poverty. ਇੱਥੇ tree ਕਿਹੜਾ ਆ? ਅੰਦਰ ਜੋ ਗਰੀਬੀ ਹੈ, ਸਪਿਰਿਚੁਅਲ ਪੋਵਰਟੀ, ਉਹਦਾ ਟਰੀ ਹੈ। ਦ ਰਿਮੂਵਲ ਆਫ ਸਪਿਰਿਚੁਅਲ ਵੀਕਨੈਸ ਵਿਲ ਗਿਵ ਹਿਮ ਦਾ ਸਟਰੈਂਥ। ਅਗਰ ਉਹਦੇ ਅੰਦਰੋਂ ਸਪਿਰਿਚੁਅਲ ਵੀਕਨੈਸ ਖਤਮ ਹੋ ਜਾਏਗੀ ਫਿਰ ਉਹਨੂੰ ਕੀ ਮਿਲੇਗਾ? ਸਟਰੈਂਥ ਮਿਲੇਗੀ। ਸਟਰੈਂਥ ਕਿਸ ਚੀਜ਼ ਦੀ ਮਿਲੇਗੀ? ਟੂ ਬੇਅਰ ਜੋਇਜ਼ ਐਂਡ ਸੋਰੋਜ਼ ਲਾਈਟਲੀ ਵਿਦ ਇਕੁਐਨਿਮਿਟੀ। ਇਕੁਐਨਿਮਿਟੀ ਮੀਨਸ ਦਾ ਇਕੁਐਲਿਟੀ। ਇਕੁਐਨਿਮਿਟੀ ਮੀਨਸ ਦਾ ਇਕੁਐਲਿਟੀ। ਉਹਨੂੰ ਵੀਕਨੈਸ ਰਿਮੂਵ ਹੋਣ ਤੋਂ ਬਾਅਦ ਉਹਨੂੰ ਕੀ ਮਿਲੇਗਾ? ਸਟਰੈਂਥ ਮਿਲੇਗਾ। ਸਟਰੈਂਥ ਕਿਸ ਚੀਜ਼ ਦਾ ਮਿਲੇਗਾ? ਕਿ ਜੋਇਜ਼ ਐਂਡ ਸੋਰੋਜ਼ ਨੂੰ ਬੜੇ ਆਰਾਮ ਦੇ ਨਾਲ ਲਾਈਟਲੀ ਵਿਦ ਦਾ ਬੈਲੈਂਸ ਐਂਡ ਇਕੁਅਲੀ ਉਸ ਚੀਜ਼ ਨੂੰ ਬੇਅਰ ਕਰ ਸਕੇ। ਹੀ ਆਲਸੋ ਪ੍ਰੇਜ਼ ਟੂ ਗੋਡ ਮੇਕ ਹਿਜ਼ ਲਵ ਫਰੂਟਫੁਲ ਇਨ ਸਰਵਿਸ। ਨੈਕਸਟ ਉਹ ਕੀ ਪ੍ਰੇਅਰ ਕਰਦੇ ਆ ਗੋਡ ਨੂੰ? ਤਾਂ ਕਿ ਜਿਹੜਾ ਉਹਦਾ ਪਿਆਰ ਹੈ, ਉਹਦਾ ਗੋਡ ਦੇ ਲਈ ਪਿਆਰ ਹੈ, ਉਹ ਕਿੱਥੇ ਨਜ਼ਰ ਆਏ? ਦੂਸਰਿਆਂ ਦੀ ਸਰਵਿਸ ਦੇ ਵਿੱਚ। ਹੀ ਸ਼ੁੱਡ ਬੀ ਹੰਬਲ ਇਨਫ ਟੂ ਸਰਵ ਦਾ ਪੂਅਰ ਐਂਡ ਰੇਜ਼ ਹਿਜ਼ ਮਾਈਂਡ ਅਬਵ ਦਾ ਡੇਲੀ ਮੰਡੇਨ ਐਕਟੀਵਿਟੀਜ਼। ਦੂਸਰੀ ਗੱਲ ਉਹ ਕੀ ਪ੍ਰੇ ਕਰਦੇ ਆ ਕਿ ਮੈਨੂੰ ਇੰਨਾ ਕੁ ਜ਼ਿਆਦਾ ਹੰਬਲ ਬਣਾ ਦਿਓ। ਹੰਬਲ ਮੀਨਸ ਵੈਰੀ ਡਾਊਨ ਟੂ ਅਰਥ ਪਰਸਨ, ਕਿ ਇੰਨਾ ਕੁ ਮੈਂ ਹੰਬਲ ਹੋਵਾਂ ਤਾਂ ਕਿ ਮੈਂ ਗਰੀਬਾਂ ਨੂੰ ਸਰਵ ਕਰ ਸਕਾਂ ਅਤੇ ਜ਼ਿੰਦਗੀ ਦੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਜੋ ਮੁਸ਼ਕਿਲਾਂ, ਜੋ ਛੋਟੀਆਂ ਪ੍ਰੋਬਲਮਸ ਆਉਂਦੀਆਂ, ਉਸ ਤੋਂ ਮੇਰਾ ਜਿਹੜਾ ਮਨ ਹੈ, ਮੇਰਾ ਦਿਮਾਗ ਹੈ, ਉਹ ਕਾਫੀ ਉੱਪਰ ਉੱਠ ਜਾਵੇ। ਹੀ ਐਂਡਸ ਦਿਸ ਸੌਂਗ ਵਿਦ ਅ ਪ੍ਰੇਅਰ। ਇਹ ਜਿਹੜਾ ਸੌਂਗ ਹੈ ਉਹ ਇੱਕ ਪ੍ਰੇਅਰ ਦੇ ਨਾਲ ਖ਼ਤਮ ਕਰ ਰਹੇ ਆ। ਪ੍ਰੇਅਰ ਫॉर ਦ ਸਟਰੈਂਥ। ਲਾਸਟ ਦੇ ਵਿੱਚ ਵੀ ਉਹਨਾਂ ਨੂੰ ਸਟਰੈਂਥ ਚਾਹੀਦੀ ਹੈ। ਕਿਸ ਚੀਜ਼ ਦੀ ਸਟਰੈਂਥ? ਟੂ ਸਰੈਂਡਰ। ਕਿਸ ਚੀਜ਼ ਨੂੰ ਸਰੈਂਡਰ ਕਰਨਾ? ਆਪਣੀਆਂ ਸਾਰੀਆਂ ਸਟਰੈਂਥ ਬਿਫੋਰ ਦਾ ਗੋਡਸ ਵਿਲ ਐਂਡ ਦੈਟ ਟੂ ਵਿਦ ਲਵ। ਉਹ ਚਾਹੁੰਦੇ ਆ ਕਿ ਮੈਂ ਸਾਰਾ ਕੁਛ ਆਈ ਵੁੱਡ ਡੂ ਵਿਦ ਦਾ ਗੋਡਸ ਵਿਲ ਐਂਡ ਪੂਰੇ ਪਿਆਰ ਦੇ ਨਾਲ ਅਤੇ ਗੋਡ ਦੀ ਇੱਛਾ ਦੇ ਅਨੁਸਾਰ ਹੀ ਸਾਰਾ ਕੁਛ ਮੈਂ ਕਰਾਂ। ਦੈਟਸ ਆਲ ਫॉर ਦਿਸ ਪੋਇਮ। I hope you understood it. Thank you very much.